ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਆਈ ਹੋਪ ਤੁਸੀਂ ਵਧੀਆ ਹੋਵੋਗੇ ਐਂਡ ਤੁਸੀਂ ਆਪਣੀ ਪ੍ਰੀਪਰੇਸ਼ਨ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ। ਕੱਲ ਆਪਾਂ ਇੱਕ ਚੈਪਟਰ ਸਟਾਰਟ ਕੀਤਾ ਸੀ ਮੋਸ਼ਨ, ਉਸ ਨੂੰ ਕੰਟੀਨਿਊ ਕਰਾਂਗੇ। ਅੱਜ ਪਾਰਟ ਸੈਕਿੰਡ ਰਹਿਣ ਵਾਲਾ। ਆਈ ਹੋਪ ਤੁਸੀਂ ਪਾਰਟ 1 ਕੰਪਲੀਟ ਕਰ ਚੁੱਕੇ ਹੋ। ਹਾਂਜੀ, ਇਹ ਵੀ ਪੀਟੈਟ ਐਗਜ਼ਾਮ ਦੇ ਵਿੱਚ ਮੈਂਸ਼ਨ ਕੀਤਾ ਹੋਇਆ, ਮੇਨ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ। ਕੱਲ ਆਪਾਂ ਨੇ ਯੂਨੀਫਾਰਮ ਮੋਸ਼ਨ, ਨੋਨ ਯੂਨੀਫਾਰਮ ਮੋਸ਼ਨ, ਮੋਸ਼ਨ ਦੀਆਂ ਟਾਈਪਸ, ਇਹਨਾਂ ਸਾਰੀਆਂ ਚੀਜ਼ਾਂ ਨੂੰ, ਡਿਸਟੈਂਸ, ਡਿਸਪਲੇਸਮੈਂਟ ਸਭ ਡਿਸਕਸ ਕਰ ਲਿਆ ਸੀਗਾ। ਅੱਜ ਆਪਾਂ ਗੱਲ ਕਰਾਂਗੇ ਸਪੀਡ ਦੀ। ਕੀ ਸਪੀਡ ਕੀ ਹੁੰਦੀ ਹੈ? ਇਹ ਸਾਰਾ ਕੁਝ ਨਾ ਰਿਲੇਟਡ ਹੈ। ਦੇਖੋ, ਇੱਕ ਚੀਜ਼ ਦੇ ਨਾਲ ਦੂਸਰੀ ਚੀਜ਼ ਕੀ ਹੈ, ਰਿਲੇਟਡ ਹੈ, ਤਾਂ ਤੁਹਾਡੀ ਹਰ ਚੀਜ਼ ਸਮਝਣੀ ਜ਼ਰੂਰੀ ਹੈ। ਸਪੀਡ ਨੂੰ ਅਗਰ ਸਿੰਪਲ ਭਾਸ਼ਾ ਦੇ ਵਿੱਚ ਗੱਲ ਕੀਤੀ ਜਾਈਏ, ਜਦੋਂ ਡਿਸਟੈਂਸ ਟਰੈਵਲ ਕੀਤਾ ਗਿਆ ਪਰ ਯੂਨਿਟ ਟਾਈਮ ਦੇ ਵਿੱਚ, ਕਿੰਨੇ ਟਾਈਮ ਦੇ ਵਿੱਚ ਡਿਸਟੈਂਸ ਟਰੈਵਲ ਕੀਤਾ ਗਿਆ ਪਰ ਯੂਨਿਟ ਟਾਈਮ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸਪੀਡ। ਕਲੀਅਰ? ਇਹ ਕੀ ਹੈ? ਇੱਕ ਸਕੇਲਰ ਕੁਆਂਟਿਟੀ ਹੈ। ਸਕੇਲਰ ਵੈਕਟਰ ਮੈਂ ਕੱਲ ਕਰਵਾਇਆ ਸੀ, ਜਿਸ 'ਤੇ ਜੋ ਸਿਰਫ ਮੈਗਨੀਟਿਊਡ 'ਤੇ ਡਿਪੈਂਡ ਕਰਦੀ ਹੈ। ਸਪੀਡ ਨੂੰ ਮੇਨਲੀ ਆਪਾਂ ਇੱਦਾਂ ਵੀ ਨਾਲ ਡੋਨੇਟ ਕਰਦੇ ਹਾਂ, ਐਂਡ ਡਿਸਟੈਂਸ ਨੂੰ ਐਸ ਦੇ ਨਾਲ, ਟਾਈਮ ਨੂੰ ਸਮੋਲ ਟੀ ਦੇ ਨਾਲ। ਇਹ ਹੋ ਗਈ ਆਪਣੀ ਸਪੀਡ। ਤਾਂ ਇੱਥੋਂ ਆਪਾਂ ਹੁਣ ਯੂਨਿਟ ਨਿਕਾਲ ਸਕਦੇ ਹਾਂ। SI ਯੂਨਿਟ ਸਪੀਡ ਨੂੰ ਮੀਟਰ ਦੇ ਵਿੱਚ ਮੈਜ਼ਰ ਕਰਦੇ ਆ, ਟਾਈਮ ਨੂੰ ਸੈਕਿੰਡ ਦੇ ਵਿੱਚ ਕੀ ਬਣ ਗਈ? ਮੀਟਰ ਪਰ ਸੈਕਿੰਡ। ਕਲੀਅਰ? ਮੇਨਲੀ ਇਹਦਾ ਇੱਕ ਇੰਸਟਰੂਮੈਂਟ ਵੀ ਆਉਂਦਾ ਸਪੀਡੋਮੀਟਰ ਨਾਮ ਦਾ, ਜਿਸ ਦੇ ਨਾਲ ਆਪਾਂ ਨੂੰ ਸਪੀਡ ਦਾ ਕੀ ਲੱਗਦਾ, ਆਈਡੀਆ ਹੋ ਜਾਂਦਾ, ਪਤਾ ਲੱਗ ਜਾਂਦਾ। ਕਲੀਅਰ ਹੈ ਜੀ? ਅਤੇ ਜੇ ਡਿਸਟੈਂਸ ਨੂੰ ਮੈਜ਼ਰ ਕਰਨਾ ਹੋਵੇ, ਉਸ ਨੂੰ ਆਪਾਂ ਬੋਲ ਦਿੰਦੇ ਹਾਂ ਓਡੋਮੀਟਰ। ਕਲੀਅਰ? ਨੈਕਸਟ ਇਹਦੇ ਨਾਲ ਰਿਲੇਟਡ ਹੈ ਐਵਰੇਜ ਸਪੀਡ। ਐਵਰੇਜ ਸਪੀਡ, ਕੋਈ ਵੀ ਓਬਜੈਕਟ ਕੀ ਹੈ, ਮੂਵ ਕਰ ਰਿਹਾ, ਪਰ ਜਿਹੜੀ ਉਹਦੀ ਸਪੀਡ ਹੈ ਉਹ ਵੇਰੀਏਬਲ ਹੈ। ਉਹਦੀ ਸਪੀਡ ਕੀ ਹੋ ਰਹੀ ਹੈ? ਚੇਂਜ ਹੋ ਰਹੀ ਹੈ। ਉਸ ਨੂੰ ਆਪਾਂ ਐਵਰੇਜ ਸਪੀਡ ਦੇ ਵਿੱਚ, ਮਤਲਬ ਐਵਰੇਜ ਸਪੀਡ ਦਾ ਮਤਲਬ ਕੀ ਹੈ? ਟੋਟਲ ਡਿਸਟੈਂਸ ਜਿੰਨਾ ਕਵਰ ਕੀਤਾ ਵਿਦ ਰਿਸਪੈਕਟ ਟੂ ਟੋਟਲ ਟਾਈਮ, ਕਿੰਨੇ ਟਾਈਮ ਦੇ ਵਿੱਚ ਕੀਤਾ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਐਵਰੇਜ ਸਪੀਡ। ਤੇ ਯੂਨਿਟ ਸੇਮ ਰਹਿੰਦੀ ਹੈ, ਮੀਟਰ ਪਰ ਸੈਕਿੰਡ। ਕਲੀਅਰ? ਠੀਕ ਹੈ ਜੀ। ਹਾਂਜੀ, ਹੁਣ ਇੱਥੋਂ ਹੀ ਕੱਲ ਮੈंने ਤੁਹਾਨੂੰ ਯੂਨੀਫਾਰਮ ਮੋਸ਼ਨ ਕਰਵਾਇਆ ਸੀ, ਤਾਂ ਯੂਨੀਫਾਰਮ ਸਪੀਡ ਵੀ ਹੁੰਦੀ ਹੈ। ਦੇਖੋ, ਯੂਨੀਫਾਰਮ ਸਪੀਡ ਵੈਸੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਉਹਨਾਂ ਨੇਮ ਤੋਂ ਹੀ, ਜਿਸ ਦੇ ਵਿੱਚ ਕੀ ਹੋਵੇ, ਇਕੁਅਲ ਡਿਸਟੈਂਸ ਕਵਰ ਹੋਵੇ, ਇਕੁਅਲ ਟਾਈਮ ਇੰਟਰਵਲ ਦੇ ਵਿੱਚ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਯੂਨੀਫਾਰਮ ਸਪੀਡ ਕਹਿ ਦਿੰਦੇ ਹਾਂ। ਜਿਵੇਂ ਕੋਈ ਵੀ ਓਬਜੈਕਟ ਹੈ, A ਤੋਂ ਚੱਲਿਆ, ਕਾਰ ਲਗਾ ਲਓ, B ਤੱਕ ਪਹੁੰਚੀ, ਉਹਨੇ 30 ਕਿਲੋਮੀਟਰਸ ਕਵਰ ਕੀਤੇ, 1 ਘੰਟਾ ਲੱਗ ਗਿਆ। B ਤੋਂ C ਗਿਆ, ਫਿਰ ਉਸਨੇ ਕੀ ਹੈ, 30 ਕਿਲੋਮੀਟਰਸ ਕਵਰ ਕੀਤੇ, ਉਹਨੂੰ ਕਿੰਨਾ ਘੰਟੇ ਲੱਗ ਗਏ? 1। C ਤੋਂ D ਗਿਆ, ਫਿਰ ਉਸਨੂੰ ਕੀ ਹੈ, 60 ਕਿਲੋਮੀਟਰ ਲੱਗ ਗਏ। ਹੁਣ ਕਿੰਨੇ ਟਾਈਮ ਦੇ ਵਿੱਚ? 2 ਆਵਰਸ ਦੇ ਵਿੱਚ। ਤਾਂ ਅਗਰ ਹੁਣ ਆਪਾਂ ਸਪੀਡ ਨਿਕਾਲਣੀ ਹੈ, ਕੀ ਫਾਰਮੂਲਾ ਹੁੰਦਾ ਆਪਣਾ? ਪਹਿਲਾਂ A ਤੋਂ B ਨਿਕਾਲੋਗੇ, ਫਿਰ B ਤੋਂ C ਨਿਕਾਲੋਗੇ, ਦੈਨ C to D। A ਤੋਂ B ਨਿਕਾਲੀ ਅਗਰ ਮੈਂ, ਕਿੰਨਾ? 30/1। B ਤੋਂ C ਨਿਕਾਲੀ ਅਗਰ, ਉਹ ਵੀ ਕਿੰਨਾ? 30/1। C ਤੋਂ D 60/2। ਇਹ ਅਲੱਗ-ਅਲੱਗ ਸਪੀਡ ਹੋ ਗਈ, ਹੈ ਨਾ? ਇਹਦਾ ਮਤਲਬ ਕੀ ਹੈ? ਤਿੰਨਾਂ ਪੁਆਇੰਟਸ 'ਤੇ ਇਹਨੂੰ ਕੱਟ ਦਾਂਗੇ 30, ਤਾਂ ਤਿੰਨਾਂ ਪੁਆਇੰਟਸ 'ਤੇ ਕਿੰਨੀ ਹੈ? 30 ਕਿਲੋਮੀਟਰ ਪਰ ਆਰ ਦੀ ਸਪੀਡ ਕੀ ਆਪਣੇ ਕੋਲ ਚੱਲ ਰਹੀ ਹੈ। ਠੀਕ ਹੈ? ਅਤੇ ਇਹਦਾ ਮਤਲਬ ਕੀ ਹੈ? ਸਪੀਡ ਕੀ ਹੋ ਗਈ? ਇਕੁਅਲ ਡਿਸਟੈਂਸ ਕਵਰ ਹੋ ਰਿਹਾ, ਇਕੁਅਲ ਟਾਈਮ ਇੰਟਰਵਲ ਦੇ ਵਿੱਚ, ਉਹਨੂੰ ਯੂਨੀਫਾਰਮ ਸਪੀਡ ਕਹਿ ਦਿੰਦੇ ਹਾਂ। ਠੀਕ ਹੈ ਜੀ? ਤਾਂ ਨੋਨ ਯੂਨੀਫਾਰਮ ਦੇ ਵਿੱਚ ਅਲੱਗ-ਅਲੱਗ ਹੋਊਗਾ। ਠੀਕ ਹੈ? ਮਤਲਬ ਡਿਸਟੈਂਸ ਅਲੱਗ-ਅਲੱਗ ਹੋਊਗਾ, ਟਾਈਮ ਇਕੁਅਲ ਹੋਊਗਾ, ਉਹਨੂੰ ਨੋਨ ਯੂਨੀਫਾਰਮ ਕਹਿ ਦਿੰਦੇ ਹਾਂ। ਨੈਕਸਟ ਗੱਲ ਕਰਾਂਗੇ ਵੈਲੋਸਿਟੀ ਦੀ। ਵੈਲੋਸਿਟੀ ਕੀ ਹੁੰਦੀ ਹੈ? ਵੈਲੋਸਿਟੀ ਕਿਸੇ ਵੀ ਬੋਡੀ ਦੀ ਡਿਸਪਲੇਸਮੈਂਟ ਪਰ ਯੂਨਿਟ ਟਾਈਮ। ਡਿਸਪਲੇਸਮੈਂਟ ਕੱਲ ਕਰਵਾਇਆ ਸੀ, ਸ਼ਾਰਟੇਜ ਡਿਸਟੈਂਸ ਨੂੰ ਬੋਲਦੇ ਆ, ਪਰ ਯੂਨਿਟ ਟਾਈਮ। ਠੀਕ ਹੈ?
ਵੈਲੋਸਿਟੀ ਕਿਸੇ ਵੀ ਬੋਡੀ ਦੀ ਸਪੀਡ ਜਦੋਂ ਇੱਕ ਡਾਇਰੈਕਸ਼ਨ ਪਕੜ ਲੇ ਉਹ ਵੈਲੋਸਿਟੀ ਬਣ ਜਾਂਦੀ ਹੈ। ਤਾਂ ਇਹਦਾ ਮਤਲਬ ਵੈਲੋਸਿਟੀ ਆਪਣੇ ਕੋਲ ਕੀ ਹੋਗੀ, ਵੈਕਟਰ ਕੁਆਂਟੀਟੀ। ਠੀਕ ਹੈ ਜੀ। ਹੁਣ ਇਹਦੀ ਜੋ ਯੂਨਿਟ ਹੈ ਉਹ ਵੀ ਸੇਮ ਰਹਿੰਦੀ ਹੈ ਮੀਟਰ ਪਰ ਸੈਕਿੰਡ, ਕਿਉਂਕਿ ਹੈ ਤਾਂ ਇਹ ਡਿਸਟੈਂਸ, ਬਸ ਨਾਲ ਕੀ ਆ ਜਾਂਦੀ ਹੈ, ਡਾਇਰੈਕਸ਼ਨ ਆ ਜਾਂਦੀ ਹੈ। ਇਹ ਕੀ ਮੈਂਸ਼ਨ ਕਰਦੀ ਹੈ, ਡਾਇਰੈਕਸ਼ਨ। ਕਲੀਅਰ? ਠੀਕ ਹੈ ਜੀ, ਆਈ ਹੋਪ ਕਲੀਅਰ ਹੋ ਗਿਆ ਹੋਣਾ। ਨੈਕਸਟ ਇਹਦੇ ਵਿੱਚ ਡਿਫਰੈਂਸ ਆ ਤੁਹਾਨੂੰ ਕਲੀਅਰ ਹੋ ਹੀ ਚੁੱਕਿਆ ਸਪੀਡ ਅਤੇ ਵੈਲੋਸਿਟੀ ਦੇ ਵਿੱਚ, ਬਟ ਮੈਂ ਫਿਰ ਵੀ ਦੱਸ ਦਿੰਦੀ ਹਾਂ। ਸਪੀਡ ਹੈ ਆ ਵੈਲੋਸਿਟੀ। ਸਪੀਡ ਕੀ ਹੁੰਦੀ ਹੈ, ਇੱਕ ਸਕੇਲਰ ਕੁਆਂਟੀਟੀ। ਵੈਲੋਸਿਟੀ ਕੀ ਹੁੰਦੀ ਹੈ, ਵੈਕਟਰ ਕੁਆਂਟੀਟੀ। ਸਪੀਡ ਕੀ ਹੁੰਦੀ ਹੈ, ਡਿਸਟੈਂਸ ਬਾਏ ਟਾਈਮ। ਵੈਲੋਸਿਟੀ ਕੀ ਹੁੰਦੀ ਹੈ, ਡਿਸਪਲੇਸਮੈਂਟ ਬਾਏ ਟਾਈਮ। ਠੀਕ ਹੈ ਜੀ। ਇਹਦਾ ਨਾਲ ਕੀ ਹੁੰਦਾ, ਸਕੇਲਰ ਦੇ ਵਿੱਚ ਮਤਲਬ ਸਪੀਡ ਦੇ ਵਿੱਚ ਚੇਂਜ ਆਫ ਪੋਜੀਸ਼ਨ ਕਿਸੇ ਵੀ ਆਬਜੈਕਟ ਦਾ, ਪਰ ਯੂਨਿਟ ਟਾਈਮ। ਇਹਦੇ ਵਿੱਚ ਕੀ ਹੁੰਦਾ, ਪੋਜੀਸ਼ਨ ਚੇਂਜ ਹੋਣਾ ਬਟ ਇੱਕ ਡਾਇਰੈਕਸ਼ਨ ਦੇ ਵਿੱਚ, ਚੇਂਜ ਆਫ ਪੋਜੀਸ਼ਨ ਇਨ ਸਪੈਸੀਫਿਕ ਜਾਂ ਪਰਟੀਕੂਲਰ ਡਾਇਰੈਕਸ਼ਨ। ਠੀਕ ਹੈ, ਇਨਰ ਡਾਇਰੈਕਸ਼ਨ ਲਿਖ ਲਓ, ਇੱਕ ਡਾਇਰੈਕਸ਼ਨ ਦੇ ਵਿੱਚ। ਕਲੀਅਰ? ਠੀਕ ਹੈ ਜੀ। ਹੁਣ ਇੱਥੋਂ ਹੀ ਆ ਜਾਂਦੀ ਆਪਣੇ ਕੋਲ ਐਵਰੇਜ ਵੈਲੋਸਿਟੀ। ਐਵਰੇਜ ਵੈਲੋਸਿਟੀ ਕੀ ਹੁੰਦੀ ਹੈ, ਟੋਟਲ ਡਿਸਪਲੇਸਮੈਂਟ ਬਾਏ ਟੋਟਲ ਟਾਈਮ। ਠੀਕ ਹੈ ਜੀ। ਜਿਵੇਂ ਕੋਈ ਵੀ ਪਰਸਨ ਹੈ ਉਹ A ਤੋਂ B ਗਿਆ, ਬਸ ਰਸਤੇ 'ਚ ਉਹਨੇ ਇੱਕ ਸਟੋਪ ਲਿੱਤਾ C ਦੇ ਵਿੱਚ। ਠੀਕ ਹੈ, A ਤੋਂ C ਵੀ ਉਹਨੇ X ਡਿਸਟੈਂਸ ਕੰਸੀਡਰ ਕਰ ਲਓ, C ਤੋਂ B ਵੀ X। ਤਾਂ ਜੇ ਟੋਟਲ ਨਿਕਾਲਣਾ ਹੈ ਤਾਂ ਇਹਦਾ ਮਤਲਬ A ਤੋਂ B ਕਿਵੇਂ ਹੋਊਗਾ, AC ਪਲੱਸ CB। ਠੀਕ ਹੈ ਜੀ, ਕਿੰਨਾ ਹੋ ਗਿਆ, 2X। ਜੇ ਵੈਲੋਸਿਟੀ ਦੀ ਗੱਲ ਕੀਤੀ ਜਾਵੇ ਤਾਂ A to C ਉਹਨੇ ਵੈਲੋਸਿਟੀ ਲਈ V1, C ਤੋਂ B ਉਹਦੀ ਵੈਲੋਸਿਟੀ ਸੀ V2। ਤਾਂ ਇਹਦੀ ਟੋਟਲ ਵੈਲੋਸਿਟੀ ਕੀ ਹੋਊਗੀ, V1 ਪਲੱਸ V2। ਕਲੀਅਰ? ਮਤਲਬ ਉਹ ਕੀ ਹੈ, ਚੇਂਜ ਕਰਕੇ ਆ ਰਿਹਾ, ਮਤਲਬ ਉਹ ਚੇਂਜ ਹੋ ਰਹੀ ਹੈ ਉਹਦੀ। ਠੀਕ ਹੈ ਜੀ। ਜੇ ਆਪਾਂ ਟਾਈਮ ਨਿਕਾਲਣਾ ਹੈ, ਵੈਸੇ ਤਾਂ T1 T2 ਹੋਊਗਾ, ਟਾਈਮ T1 T2। ਜੇ ਆਪਾਂ ਐਵਰੇਜ ਵੈਲੋਸਿਟੀ ਨਿਕਾਲਣੀ ਹੈ ਤਾਂ ਆਪਾਂ ਨੀਚੇ T1 T2 ਲੈਂਦੇ ਹਾਂ, ਬਟ ਜੇ ਆਪਾਂ ਟਾਈਮ ਨਿਕਾਲਣਾ ਹੈ ਤਾਂ V1 V2, ਮੈਂ ਦੱਸਣਾ ਭੁੱਲ ਗਈ ਸੀ। ਠੀਕ ਹੈ ਜੀ। ਕਲੀਅਰ? ਤਾਂ ਐਵਰੇਜ ਵੈਲੋਸਿਟੀ ਕੀ ਹੋਊਗੀ, 2X ਆ ਗਿਆ। ਠੀਕ ਹੈ, ਕਲੀਅਰ? ਨੀਚੇ ਕੀ ਆ ਜਾਊਗਾ, ਜੇ ਟਾਈਮ ਨਿਕਾਲੀਏ ਕਿਸੇ ਵੀ ਚੀਜ਼ ਦਾ ਉਹ ਕਿੰਨਾ ਹੁੰਦਾ, X/V1 ਇੱਥੋਂ ਬਣ ਰਿਹਾ। ਸੈਕਿੰਡ ਦਾ ਕੀ ਹੈ, X/V2। ਠੀਕ ਹੈ ਜੀ, ਇੱਥੇ ਲਿਖ ਦੋਗੇ X/V1 ਪਲੱਸ X/V2। ਤਾਂ ਆਪਣੇ ਕੋਲ ਐਵਰੇਜ ਵੈਲੋਸਿਟੀ ਕੀ ਬਣ ਜੂਗੀ, 2V1 V2 ਬਾਈ V1 ਪਲੱਸ V2। ਐਲਸੀਐਮ ਲੈ ਲਿਆ ਮੈਨੇ। ਠੀਕ ਹੈ ਜੀ, ਇਹਨੂੰ ਸੋਲਵ ਕਰ ਲਿਆ ਥੋੜ੍ਹਾ ਜਿਹਾ। ਕਲੀਅਰ? ਜਾਂ ਤੁਸੀਂ ਕੀ ਕਹਿ ਸਕਦੇ ਹੋ, ਸਿੰਪਲ ਇਨੀਸ਼ੀਅਲ ਵੈਲੋਸਿਟੀ ਪਲੱਸ ਫਾਈਨਲ ਵੈਲੋਸਿਟੀ ਡਿਵਾਈਡਡ ਬਾਈ 2, ਉਸ ਨੂੰ ਵੀ ਐਵਰੇਜ ਵੈਲੋਸਿਟੀ ਕਹਿ ਦਿੰਦੇ ਨੇ। ਬਸ ਇੰਨਾ ਕੁ ਅਰਥਮੈਟਿਕ ਮੀਨ ਕਰਤਾ ਆਪਾਂ ਨੇ, ਬਸ ਐਂ ਲਗਾ ਲਓ। ਕਲੀਅਰ? ਠੀਕ ਹੈ ਜੀ, ਇਹ ਚੀਜ਼ਾਂ ਕਲੀਅਰ ਹੋਈਆਂ ਤੁਹਾਡੀਆਂ। ਨੈਕਸਟ ਆਪਾਂ ਗੱਲ ਕਰਨੀ ਹੈ ਐਕਸਲਰੇਸ਼ਨ ਦੀ। ਐਕਸਲਰੇਸ਼ਨ ਦੀ ਗੱਲ ਕਰਦੇ ਹਾਂ, ਕੀ ਹੁੰਦੀ ਹੈ ਐਕਸਲਰੇਸ਼ਨ। ਐਕਸਲਰੇਸ਼ਨ ਦਾ ਮਤਲਬ ਹੈ ਰੇਟ ਆਫ ਚੇਂਜ ਆਫ ਵੈਲੋਸਿਟੀ ਬਾਈ ਟਾਈਮ। ਉਸਨੂੰ ਆਪਾਂ ਕੀ ਬੋਲ ਦਿੰਦੇ ਹਾਂ, ਐਕਸਲਰੇਸ਼ਨ ਬੋਲ ਦਿੰਦੇ ਹਾਂ, ਜਾਂ ਚੇਂਜ ਇਨ ਵੈਲੋਸਿਟੀ ਪਰ ਯੂਨਿਟ ਟਾਈਮ। ਸਿੰਪਲ ਇੱਕੋ ਚੀਜ਼ ਹੈ, ਰੇਟ ਆਫ ਚੇਂਜ ਆਫ ਕਹਿ ਲਓ ਚਾਹੇ। ਠੀਕ ਹੈ ਜੀ। ਤਾਂ ਐਕਸਲਰੇਸ਼ਨ ਸਮਝ ਆਇਆ। ਐਕਸਲਰੇਸ਼ਨ ਕੀ ਹੁੰਦੀ ਹੈ, ਹੁਣ ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਬਾਈ ਟਾਈਮ। ਕਲੀਅਰ? ਕਿਵੇਂ ਲਿਖਿਆ ਜਾਂਦਾ ਇਹਨੂੰ, V ਮਾਈਨਸ U ਬਾਈ T। ਇਨੀਸ਼ੀਅਲ ਵੈਲੋਸਿਟੀ ਨੂੰ U ਨਾਲ ਮੈਂਸ਼ਨ ਕੀਤਾ ਜਾਂਦਾ, ਫਾਈਨਲ ਨੂੰ V ਦੇ ਨਾਲ। ਕਲੀਅਰ? ਟਾਈਮ ਕੀ ਹੈ, T। ਇਹਦੀ SI ਯੂਨਿਟ ਨਿਕਾਲ ਲਓ,
वेलोसिटी दी हुंदी है मीटर बाय सैकेंड, टाइम दी 1 बाय सैकेंड की आ गया मीटर पर सैकेंड स्केयर। ये की आ गई एक्सेलेरेशन दी। एक्सेलेरेशन की अपने को एक वैक्टर क्वांटिटी है, मतलब ये भी डायरैक्शन मैंशन होंदी है। ठीक है जी। अगर कोई भी बॉडी यूनीफॉर्म वेलोसिटी दे नाल चल रही है तो यदा मतलब वो एक्सेलरेशन की होगी, जीरो होगी। ठीक है जी, क्योंकि वो चेंज नहीं हो रहा फाइनल तो इनीशियल दे विच कोई भी चेंज नहीं हो रहा। यूनीफॉर्म का मतलब है सेम, तो यदा मतलब दोनों इक्वल हो जाएंगे, फाइनल तो इनीशियल वेलोसिटी इक्वल होगी, तो यदा मतलब एक्सेलरेशन की होगी जीरो। ठीक है जी, ये दोनों जी इक्वल होगी। क्लीयर। हुण एक्सेलरेशन दो तरह की होंगी है, पॉजिटिव ते एक्सेलरेशन। टू टाइप्स की होंगी है, पॉजिटिव एक्सेलरेशन एंड नैगेटिव एक्सेलरेशन। पॉजिटिव एक्सेलरेशन का मतलब की है, जे वेलोसिटी इनक्रीज हो जाए सेम डायरैक्शन दे विच तो उसनों आपां पॉजिटिव एक्सेलरेशन कह दिंदे आ। एंड जे वेलोसिटी डिक्रीज हो जाए सेम डायरैक्शन दे विच, वेलोसिटी का पता है ना हुण, तो उसनों आपां की कह दिंदे आ नैगेटिव एक्सेलरेशन, या इनू एक वर्ड होर बोलते हैं रिटारडेशन। क्लीयर। ठीक है जी। एवें अपने को दो होंदियां ने यूनीफॉर्म ते नॉन यूनीफॉर्म एक्सेलरेशन। पहला गल करांगे यूनीफॉर्म एक्सेलरेशन की, सॉरी ये लेना सी यूनीफॉर्म एक्सेलरेशन वेलोसिटी तो हो गई सी। कहते कोई भी बॉडी अगर स्ट्रेट लाइन दे विच मूव कर रही है तो वही वेलोसिटी की हो रही है, इनक्रीज हो रही है इन इक्वल अमाउंट इन इक्वल इंटरवल ऑफ टाइम। टाइम इंटरवल भी की है इक्वल। ठीक है जी, तो उस मोशन को आप कह दें यूनीफॉर्म एक्सेलेटर मोशन। जिमें कोई भी बॉडी फ्रीली फॉल चल रही है ना, वो कि एग्जाम्पल होगी यूनीफॉर्म एक्सेलेरेशन की। जिमें अर्थ किसी चीज़ को पुल कर रही है, ग्रैविटी पुल कर रही है, या बाईसाइकिल चल रहा है एक स्लोप ऑफ रोड ते ढलान बनी हुई है, उस ते कि एक बाईसाइकिल चल रहा है, उसनों भी यूनीफॉर्म एक्सेलेरेशन कह देंगे। मतलब पैडल मारन की आप कहने ना जरूरत नहीं पैंदी उदों। तो यदा ग्राफ किमें बनता है, वेलोसिटी बाय टाइम स्ट्रेट लाइन इदा। अगर मैं नॉन यूनीफॉर्म एक्सेलरेशन की ग्राफ इंपॉर्टेंट ने जी, नॉन यूनीफॉर्म एक्सेलरेशन की गल करा ये की होंगे, जे वेलोसिटी या तो वध रही है या घट रही है तो टाइम इंटरवल भी की है बाय अन इक्वल अमाउंट इन इक्वल इंटरवल ऑफ टाइम। टाइम की है इक्वल ही है, वेलोसिटी वध घट रही है, उसनों नॉन यूनीफॉर्म एक्सेलरेशन कह दिंने आ। ठीक है जी। जिमें डेली लाइफ के आप मूवमेंट कभी हौली चलते हैं कभी स्लो तेज चलते हैं, तो यदा जोड़ा ग्राफ होंगे हमेशा कर्व लाइन होंगे, इत्थे बंदा फस जाता है जे क्वेश्चन आ जाए कर्व लाइन होंगे। ये क्वेश्चन ध्यान दे विच रखना है। एक क्वेश्चन सॉल्व कर लैंने। जिमें कहते कार दी स्पीड है 10 मीटर पर सैकेंड इन 10 सैकेंड, किन्ने दे विच 10 सैकेंड दे विच, ते उन्हें रैसट तो स्टार्ट किया। रैसट का मतलब की होंगे उसकी इनीशियल वेलोसिटी जीरो है, मतलब यू जीरो है। एक्सेलरेशन पता करनी है, ठीक है तुसी। तो एक्सेलरेशन का फॉर्मूला की होंगे वी माइनस यू बाई टी, फाइनल माइनस इनीशियल बाई टी। फाइनल वेलोसिटी कितनी है 10, इनीशियल जीरो, टाइम 10 सेकेंड, 10 बाय 10 1 मीटर पर सेकेंड स्केयर। ये आंसर आ गया। ठीक है जी, एवं सिंपल सिंपल MCQ आते हैं तुहानू। क्लीयर। सॉरी। नैक्सट लास्ट टॉपिक देखो, यूनीफॉर्म सर्कुलर मोशन। देखो जी, कहते कोई भी ऑब्जैक्ट है जो कहते सर्कुलर पाथ दे विच मूव कर रहा है, वह कोई सेंटर है, उसनों आप बोल दें सर्कुलर मोशन। ये तो आपको पता जो कोई सर्कुलर पाथ दे विच मूव कर रहा है उन्होंने सर्कुलर मोशन कह देंगे। मैं मोशन दी टाइप्स च करवाया सी, है ना। तो कहते जो मोशन हो रही है कोई बॉडी की, अगर वो स्पीड कॉन्सटेंट है,
ਸਪੀਡ ਸੇਮ ਹੀ ਚੱਲ ਰਹੀ ਹੈ, ਉਹਦੀ ਸਪੀਡ ਵੱਧ ਘੱਟ ਨਹੀਂ ਰਹੀ। ਠੀਕ ਹੈ ਜੀ। ਸਰਕੂਲਰ ਪਾਥ ਦੇ ਵਿੱਚ, ਪੂਰੇ ਦੇ ਵਿੱਚ, ਉਹਨੂੰ ਬੋਲ ਦਿੰਦੇ ਨੇ ਯੂਨੀਫਾਰਮ ਸਰਕੂਲਰ ਮੋਸ਼ਨ। ਕਲੀਅਰ? ਠੀਕ ਹੈ ਜੀ। ਤਾਂ ਜੇ ਸਪੀਡ ਕੌਨਸਟੈਂਟ ਹੈ ਪਰ ਵਿਲੋਸਿਟੀ ਚੇਂਜ ਹੋ ਸਕਦੀ ਹੈ, ਸਪੀਡ ਕੌਨਸਟੈਂਟ ਹੈ ਮੈਂ ਮੈਂਸ਼ਨ ਕਰਤਾ, ਬਟ ਵਿਲੋਸਿਟੀ ਚੇਂਜ ਹੋ ਸਕਦੀ ਹੈ। ਠੀਕ ਹੈ ਜੀ। ਕਲੀਅਰ? ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਯੂਨੀਫਾਰਮ ਸਰਕੂਲਰ ਮੋਸ਼ਨ। ਠੀਕ ਹੈ ਜੀ। ਹੁਣ ਕੋਈ ਵੀ ਪਾਰਟੀਕਲ, ਕੋਈ ਮੰਨ ਲਓ ਮੂਵ ਕਰ ਰਿਹਾ ਹੈ ਨਾ, ਇੱਥੇ ਪਾਰਟੀਕਲ ਹੈ ਸਰਕੂਲਰ ਪਾਥ ਦੇ ਵਿੱਚ, ਤਾਂ ਉਹਦੀ ਐਕਸਲੇਸ਼ਨ ਵੀ ਹੁੰਦੀ ਹੈ ਟੁਵਾਰਡ ਸੈਂਟਰ। ਇਸ ਤਰੀਕੇ ਨਾਲ ਲਗਾ ਲਓ, ਇੱਧਰ ਵੀ, ਇੱਧਰ ਫੋਰਸ ਲੱਗ ਰਹੀ ਹੈ। ਠੀਕ ਹੈ। ਤਾਂ ਐਕਸਲੇਸ਼ਨ ਹਮੇਸ਼ਾ ਪਰਪੈਂਡੀਕੂਲਰ ਹੁੰਦੀ ਹੈ ਕਿਸ ਦੇ? ਵਿਲੋਸਿਟੀ ਦੇ। ਪਰਪੈਂਡੀਕੂਲਰ ਹੀ ਮੈਂ ਸ਼ੋਅ ਕੀਤੀ ਹੈ। ਠੀਕ ਹੈ। ਮਤਲਬ ਡਾਇਰੈਕਸ਼ਨਸ ਉਹਦੀਆਂ ਕੀ ਹੈ? ਬਦਲਦੀ ਰਹਿੰਦੀ ਹੈ। ਕਦੀ ਡਾਇਰੈਕਸ਼ਨਸ ਉੱਪਰ ਹੋ ਜਾਂਦੀ ਹੈ, ਕਦੀ ਨੀਚੇ। ਪਰਪੈਂਡੀਕੂਲਰ ਦਾ ਮਤਲਬ ਹੈ 90 ਡਿਗਰੀ ਦੇ ਐਂਗਲ 'ਤੇ। ਇਸ ਤਰੀਕੇ ਨਾਲ ਡਾਇਰੈਕਸ਼ਨਸ ਚੇਂਜ ਹੁੰਦੀਆਂ ਰਹਿੰਦੀਆਂ ਨੇ। ਕਲੀਅਰ? ਤਾਂ ਹੀ ਮੈਂ ਵਿਲੋਸਿਟੀ ਦੀ ਗੱਲ ਕੀਤੀ ਸੀ ਕਿ ਵਿਲੋਸਿਟੀ ਚੇਂਜ ਹੁੰਦੀ ਰਹਿੰਦੀ ਹੈ, ਬਟ ਮੈਗਨੀਟਿਊਡ ਨਹੀਂ, ਬਟ ਨੋਟ ਮੈਗਨੀਟਿਊਡ, ਵੈਲਿਊ ਸੇਮ ਰਹੂਗੀ। ਕਲੀਅਰ ਹੈ ਜੀ। ਇਹਨੂੰ ਆਪਾਂ ਸੈਂਟਰੀਪੀਟਲ ਐਕਸਲੇਸ਼ਨ ਵੀ ਕਹਿੰਦੇ, ਵੀ ਸੈਂਟਰ ਦੇ ਉੱਪਰ ਜਦੋਂ ਕੀ ਹੈ, ਆਪਾਂ ਇੱਕ ਫੋਰਸ ਲੱਗ ਰਹੀ ਹੈ, ਇੱਕ ਫੋਰਸ ਸੈਂਟਰ ਦੀ ਤਰਫ ਕੀ ਹੈ, ਐਕਟ ਕਰ ਰਹੀ ਹੈ, ਉਸ ਨੂੰ ਆਪਾਂ ਸੈਂਟਰੀਪੀਟਲ ਫੋਰਸ ਕਹਿ ਦਿੰਦੇ ਹਾਂ, ਸੈਂਟਰੀਪੀਟਲ ਫੋਰਸ ਕਹਿ ਦਿੰਦੇ ਹਾਂ। ਠੀਕ ਹੈ ਜੀ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਠੀਕ ਹੈ ਜੀ, ਕਿ ਐਕਸਲੇਸ਼ਨ ਕੀ ਹੁੰਦੀ ਹੈ ਅਤੇ ਸੌਰੀ ਯੂਨੀਫਾਰਮ ਸਰਕੂਲਰ ਮੋਸ਼ਨ ਕੀ ਹੁੰਦਾ। ਮਤਲਬ ਇਹਦੇ ਵਿੱਚ ਸਪੀਡ ਕੌਨਸਟੈਂਟ ਹੈ, ਬਟ ਐਕਸਲੇਸ਼ਨ ਕੌਨਸਟੈਂਟ ਨਹੀਂ ਹੈਗੀ, ਮੀਨਸ ਵਿਲੋਸਿਟੀ ਵੀ ਕੌਨਸਟੈਂਟ ਨਹੀਂ ਹੈਗੀ। ਹੁਣ ਇਹਦਾ ਫੋਰਮੂਲਾ ਕੀ ਹੁੰਦਾ ਵਿਲੋਸਿਟੀ ਦਾ, ਅਤੇ ਇੱਕ ਹੋਰ ਹੁੰਦਾ 2πr/t। 2πr ਕੀ ਹੁੰਦਾ ਆਪਾਂ ਨੂੰ ਪਤਾ, ਸਰਕਲ ਦੇ ਵਿੱਚ ਆਪਾਂ ਲੈ ਕੇ ਚੱਲਦੇ ਹੁੰਦੇ ਹਾਂ। ਕਲੀਅਰ? ਠੀਕ ਹੈ ਜੀ। ਕੀ ਹੁੰਦਾ? ਸਰਕਮਫਰੈਂਸ ਹੁੰਦਾ ਸਰਕਲ ਦਾ, ਅਤੇ ਸਰਕਲ ਦੀ ਹੀ ਗੱਲ ਕੀਤੀ ਗਈ ਹੈ। ਇਹ ਤੁਹਾਡਾ ਲਾਸਟ ਟੌਪਿਕ ਸੀ ਇਸ ਚੈਪਟਰ ਦਾ। ਆਈ ਹੋਪ ਕਲੀਅਰ ਹੋ ਚੁੱਕਿਆ। ਐਂਡ ਪਲੀਜ਼ ਲਾਈਕ ਕਰਿਓ ਵੀਡੀਓ ਨੂੰ, ਸ਼ੇਅਰ ਕਰਿਓ, ਐਂਡ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਕਿੱਦਾਂ ਲੱਗ ਰਹੀਆਂ ਨੇ ਤੁਹਾਨੂੰ ਵੀਡੀਓਜ਼। ਥੈਂਕ ਯੂ ਸੋ ਮਚ। ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ। ਥੈਂਕ ਯੂ।